ਤਾਂ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਜਿੱਥੇ ਲਗਾਤਾਰ ਸਿਆਸਤ ਪੱਕੀ ਹੋਈ ਹੈ, ਕਾਂਗਰਸ ਵੀ ਪੂਰੀ ਤਰ੍ਹਾਂ ਤਿੱਖੇ ਰੁਖ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਅੱਗੇ ਦੀ ਰਣਨੀਤੀ ਕੀ ਕਾਂਗਰਸ ਸੋਚਦੀ ਹੈ। ਸਿੱਧਾ ਰੁਖ ਕਰਦੇ ਹਾਂ ਪੰਕਜ ਕਪਾਹੀ, ਮੇਰੇ ਸਹਿਯੋਗੀ ਜੁੜੇ ਹੋਏ ਨੇ, ਉਹਨਾਂ ਦੇ ਨਾਲ ਨੇ ਪ੍ਰਗਟ ਸਿੰਘ। ਪੰਕਜ, ਓਵਰ ਟੂ ਯੂ। ਇਸ ਵੇਲੇ ਮੇਰੇ ਨਾਲ ਪ੍ਰਗਟ ਸਿੰਘ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਨਵਜੋਤ ਸਿੰਘ ਸਿੱਧੂ ਆਖਰਕਾਰ ਅੱਜ ਧਰਨੇ ਤੇ ਬੈਠ ਗਏ ਨੇ, ਕਿਵੇਂ ਦੇਖਦੇ ਹੋ? ਲੱਗਦਾ ਹੈ ਕਿ ਕਿਸਾਨਾਂ ਨੂੰ ਇਸ ਦੇ ਨਾਲ ਲਾਹਾ ਮਿਲੇਗਾ? ਵੀ ਦੇਖੋ, ਅਲਟੀਮੇਟਲੀ ਜਿਹੜੀ ਆਵਾਜ਼ ਹੁੰਦੀ ਹੈ ਨਾ, ਆਵਾਜ਼ ਪਹੁੰਚਣੀ ਚਾਹੀਦੀ ਹੈ ਜਿੱਥੇ ਮੈਕਸਿਮਮ ਰੀਚ ਹੋਵੇ, ਤੇ ਉਹ ਰੀਚ ਜਿਹੜੀ ਉਹਦੀ ਹੈਗੀ ਆ। ਔਰ ਇਹ ਚੰਗੀ ਗੱਲ ਹੋਈ ਆ ਕਿ ਉਹ ਇੱਥੇ ਕਿਸਾਨਾਂ ਦੇ ਜਿਹੜਾ ਇਸ਼ੂ, ਬਹੁਤ ਵੱਡਾ ਇਸ਼ੂ ਆ, ਉਹਦੇ ਵਿੱਚ ਆਏ। ਤੁਸੀਂ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਬੈਠੋਗੇ, ਅੰਮ੍ਰਿਤਸਰ ਜਾਓਗੇ, ਔਰ ਕੀ ਇੱਕ ਸੰਕੇਤਿਕ ਧਰਨਾ ਹੋਏਗਾ, ਇੱਕ ਦਿਨ ਬੈਠ ਕੇ ਗੱਲ ਖਤਮ, ਜਾਂ ਫਿਰ ਇਹ ਲੰਬਾ ਸੰਘਰਸ਼ ਚੱਲੇਗਾ? ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰੀ ਵੀ ਕਹਿ ਰਹੇ ਕਿ ਸਾਰੀ ਸਿਆਸੀ ਪਾਰਟੀਆਂ ਨੂੰ ਇਕਜੁੱਟ ਹੋਣਾ ਪਏਗਾ ਪੰਜਾਬ ਦੇ ਲਈ। ਨਹੀਂ, ਦੇਖੋ, ਇਹਦੇ ਲਈ ਮੈਂ ਤਾਂ ਕਹਿੰਦਾ ਵੀ ਪੋਲੀਟੀਕਲ ਪਾਰਟੀਆਂ ਨੂੰ ਪੋਲੀਟੀਕਲ ਪਲੇਟਫਾਰਮ ਤੋਂ ਉੱਤੇ ਉੱਠ ਕੇ ਤਾਂ ਇਹ ਸੰਘਰਸ਼ ਜਿਹੜਾ ਆ, ਕਿਉਂਕਿ ਇਹ ਸੰਘਰਸ਼ ਜਿਹੜਾ ਆ, ਇਹ ਪੰਜਾਬ ਜੇ ਇਹ ਇੰਪਲੀਮੈਂਟ ਹੋ ਜਾਂਦਾ ਹੈਗਾ, ਇਹ ਠੀਕ ਆ ਵੀ ਬੀਜੇਪੀ ਦੀ ਜਿਹੜੀ ਸਰਕਾਰ ਆ, ਮੋਦੀ ਸਰਕਾਰ ਆ, ਉਹ ਕਹਿੰਦੀ ਜੀ ਵੀ ਅਸੀਂ ਤਾਂ ਇਹਦੇ ਵਿੱਚ ਇਹ ਵੀ ਅਸ਼ੋਰਡ ਕੀਤਾ, ਆ ਵੀ ਅਸ਼ੋਰਡ ਕੀਤਾ ਹੈਗਾ। ਆਰਡੀਨੈਂਸ ਦੇਖੋ, ਬੇਸਿਕ ਇਸ਼ੂ ਕੀ ਆ ਕਿ ਆਰਡੀਨੈਂਸ ਕਦੋਂ ਲਿਆਂਦਾ ਜਾਂਦਾ? ਜਦੋਂ ਕੋਈ ਐਮਰਜੈਂਸੀ ਹੋਵੇ, ਜਦੋਂ ਸੈਸ਼ਨ ਨਾ ਹੋਵੇ। ਆਰਡੀਨੈਂਸ ਕੋਵਿਡ-19 ਦੇ ਵਿੱਚ ਲਿਆਂਦਾ, ਸੈਟਰਡੇ ਸੰਡੇ ਨੂੰ ਪਾਸ ਕਰਾਇਆ। ਇੰਨੀ ਐਮਰਜੈਂਸੀ ਦੀ ਕੀ ਗੱਲ ਆ? ਇਹ ਤਾਂ ਸਿਲੈਕਟ ਕਮੇਟੀ ਕੋਲ ਭੇਜਿਆ ਜਾ ਸਕਦਾ ਸੀਗਾ। ਔਰ ਜੇ ਫਿਰ ਇਹੋ ਜਿਹੀ, ਕਿਉਂਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੀ ਲੈਂਗੁਏਜ ਯੂਜ਼ ਕਰਦੇ ਆ, ਕਿਉਂਕਿ ਇੰਪ੍ਰੈਸਿਵ ਬਹੁਤ ਆ, ਪਰ ਉਹਦੀ ਬੈਕਗਰਾਊਂਡ ਜਿਹੜੀ ਆ ਉਹ ਕਿਸੇ ਪਾਸੇ ਖੜਦੀ ਨਹੀਂ ਹੈ। ਕਿਉਂਕਿ ਜੇ ਇਹ ਸਾਰਾ ਕੁਝ ਅਸ਼ੋਰਡ ਹੈ ਤਾਂ ਫਿਰ ਸਾਨੂੰ ਇਹ ਬਿੱਲ ਲਿਆਉਣ ਦੀ ਕੀ ਜ਼ਰੂਰਤ ਸੀ ਪਹਿਲਾਂ? ਲੇਕਿਨ ਉਹ ਕਹਿ ਰਹੇ ਕਿ ਐਮਐਸਪੀ ਖਤਮ ਨਹੀਂ ਹੋਏਗੀ, ਮੰਡੀਕਰਨ ਨਹੀਂ ਖਤਮ ਹੋਏਗਾ, ਕਿਸਾਨਾਂ ਨੂੰ ਸਿਰਫ ਕਾਂਗਰਸ ਗੁੰਮਰਾਹ ਕਰ ਰਹੀ ਹੈ, ਜਾਣਬੁੱਝ ਕੇ ਗੁੰਮਰਾਹ ਕੀਤਾ ਜਾ ਰਿਹਾ, ਹਾਲਾਤ ਖਰਾਬ ਕੀਤੇ ਜਾ ਰਹੇ। ਗੁੰਮਰਾਹ ਬਿਲਕੁਲ ਨਹੀਂ ਕੀਤਾ ਜਾ ਰਿਹਾ, ਕਿਉਂਕਿ ਇਹਦੇ ਵਿੱਚ ਬੇਸਿਕ ਪ੍ਰੋਬਲਮ ਕਿੱਥੇ ਆ? ਬੇਸਿਕ ਪ੍ਰੋਬਲਮ ਇਹ ਆ ਵੀ ਮੈਂ ਕਹਿੰਦਾ ਉਹ ਮੰਡੀ ਦੇ ਵਿੱਚ ਚਲੇ ਜਾਣ ਵਪਾਰੀ, ਇਹ ਕਹਿ ਦੇਣ ਵੀ ਇਸ ਪ੍ਰਾਈਸ ਤੋਂ ਉੱਪਰ ਜਿਹੜਾ ਉਹ ਲਊਗਾ, ਜਿੰਨੀ ਐਮਐਸਪੀ ਹੈਗੀ ਆ, ਤੇ ਐਮਐਸਪੀ ਜਿਹੜਾ ਉਹ ਬੇਸ ਲਾਈਨ ਹੋਊਗਾ, ਔਰ ਉਹਦੇ ਤੋਂ ਉੱਪਰ ਬੋਲੀ ਲਾ ਕੇ ਜਿਹੜੀ ਇਹਨਾਂ ਨੇ ਬਿਹਾਰ ਦੇ ਵਿੱਚ ਕੀ ਕੀਤਾ, 2006 ਦੇ ਵਿੱਚ ਨਤੀਸ਼ ਕੁਮਾਰ ਜੀ ਨੇ APMC ਜਿਹੜਾ ਉਹ ਖਤਮ ਕੀਤੀ, ਔਰ ਉਹਦੇ ਖਤਮ ਕਰਨ ਦੇ ਨਾਲ ਅੱਜ ਬਿਹਾਰ ਦਾ ਜਿਹੜਾ ਕਿਸਾਨ ਆ ਉਹ ਪੰਜਾਬ ਦੇ ਵਿੱਚ ਆਣ ਕੇ ਮਜ਼ਦੂਰੀ ਕਰਦਾ। ਕਿਉਂ ਕਰਦਾ? ਨਬਾਰਡ ਦੀ 2016 ਦੀ ਰਿਪੋਰਟ ਹੈ, ਜਿਹੜੀ ਐਗਰੀਕਲਚਰ ਦੀ, ਜਿਹੜੇ ਐਗਰੀਕਲਚਰਿਸਟ ਹੈਗੇ ਆ, ਉਹਨਾਂ ਦੀ ਜਿਹੜੀ ਆ ਮੰਥਲੀ ਇਨਕਮ ਕੀ ਆ, ਬਿਹਾਰ ਤੇ ਯੂਪੀ ਦੀ 7000 ਆ ਤੇ ਪੰਜਾਬ ਦੀ 23000 ਆ। ਉਹ ਕਿਉਂ 23000 ਆ? ਕਿਉਂਕਿ ਇੱਥੇ ਅਸ਼ੋਰਡ ਫਸਲਾਂ ਦੋ ਚੱਕੀਆਂ ਜਾਂਦੀਆਂ ਹੈਗੀਆਂ। ਤੁਸੀਂ ਕਹਿ ਰਹੇ ਹੋ ਕਿ ਜੋ ਹਾਲਾਤ ਖੇਤੀ ਨੂੰ ਲੈ ਕੇ ਬਿਹਾਰ ਯੂਪੀ ਦੇ ਨੇ, ਉਹ ਪੰਜਾਬ 'ਚ ਹੋ ਜਾਣਗੇ ਇਸ ਬਿੱਲਾਂ ਦੇ ਨਾਲ? ਡੈਫੀਨੇਟਲੀ। ਦੇਖੋ, 23 ਫਸਲਾਂ ਤੇ MSP ਆ। ਅੱਜ ਬਾਜ਼ਾਰ ਦੇ ਵਿੱਚ 1835 ਰੁਪਏ ਵਾਲੀ ਜਿਹੜੀ ਮੱਕੀ ਆ, ਉਹ 600-650 ਰੁਪਏ ਨੂੰ ਵੀ ਕਿਸਾਨ ਜਿਹੜਾ ਮਿੰਨਤਾਂ ਕਰਦਾ ਵੀ ਇਹ ਲੈ ਜਾਓ, ਇਹ ਚੱਕ ਕੇ ਲੈ ਜਾਓ। ਤੇ ਇਹੀ ਹਾਲ ਸਾਡਾ ਇੱਥੇ ਹੋਣਾ ਹੈਗਾ। ਇਹ ਹੈ ਵੀ ਦੇਖੋ, ਅਲਟੀਮੇਟਲੀ ਇਸ ਬਿੱਲ ਦੀਆਂ ਜਿਹੜੀਆਂ ਥੱਲੇ ਕਲੌਜ਼ਸ ਹੈਗੀਆਂ, ਜੇ ਉਹਨੂੰ ਪੜ੍ਹੋ ਤਾਂ ਮੈਨੂੰ ਨਹੀਂ ਲੱਗਦਾ ਇਹ ਕਿਸਾਨ ਦੇ ਇੱਕ ਕਲੌਜ਼ ਵੀ ਜਿਹੜੀ ਫੇਵਰ ਦੇ ਵਿੱਚ ਹੈਗੀ ਆ। ਅਕਾਲੀ ਦਲ ਵੀ ਹੁਣ ਸੰਘਰਸ਼ ਤੇ ਉਤਰ ਆਇਆ, ਇਸਤੀਫਾ ਦੇ ਦਿੱਤਾ, 25 ਤਰੀਕ ਨੂੰ ਚੱਕਾ ਜਾਮ ਕੀਤਾ ਜਾ ਰਿਹਾ, ਫਿਰ 4 ਦਿਨ ਦਾ ਪੰਜਾਬ ਦੌਰਾ ਸੁਖਬੀਰ ਬਾਦਲ ਕਰਨਗੇ, ਉਸ ਤੋਂ ਬਾਅਦ 1 ਤਰੀਕ ਨੂੰ ਫਿਰ ਜਿਹੜਾ ਵਾ ਮਾਰਚ ਕੱਢਿਆ ਜਾਏਗਾ। ਅਕਾਲੀ ਦਲ ਤੁਹਾਨੂੰ ਲੱਗਦਾ ਕਿ ਹੁਣ ਸਹੀ ਰਾਹ ਤੇ ਚੱਲ ਪਿਆ ਔਰ ਅਕਾਲੀ ਦਲ ਦਾ ਇਹ ਸਹੀ ਕਦਮ ਹੈ? ਯਾਰ ਗੱਲ ਸੁਣੋ, ਇਹ ਉਹਨਾਂ ਦੇ ਭਾਈਵਾਲ ਸੀਗੇ, ਇਹ ਪਹਿਲਾਂ ਕੀ ਸੁੱਤੇ ਸੀਗੇ, ਜਾਂ ਇਹਨਾਂ ਨੇ ਆਰਡੀਨੈਂਸ ਪੜ੍ਹਿਆ ਨਹੀਂ ਹੈ? ਕਮਾਲ ਦੀ ਗੱਲ ਹੈ। ਅੱਛਾ, ਫਿਰ ਵੀ ਕਹੀ ਗਏ, ਫਿਰ ਅਸਤੀਫਾ ਦੇ ਕੇ ਵੀ ਕਹੀ ਗਏ ਵੀ ਅਸੀਂ NDA 'ਚੋਂ ਬਾਹਰ ਨਹੀਂ ਆਏ, ਅਸੀਂ ਅਸਤੀਫਾ ਦਿੱਤਾ ਹੈਗਾ। ਹਜੇ ਵੀ ਸਾਡੇ ਭੈਣ ਜੀ ਬੀਬੀ ਹਰਸਿਮਰਤ ਕੌਰ, ਉਹ ਹਜੇ ਵੀ ਕਹੀ ਜਾਣ ਡੇ ਆ ਵੀ ਇਹਦੇ ਵਿੱਚ ਕੋਈ ਕੁਤਾਹੀ ਨਹੀਂ ਹੈ, ਇਹ ਤਾਂ ਸਿਰਫ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਉਹਦੀਆਂ ਕਲੌਜ਼ਸ ਪੜ੍ਹੀਆਂ ਕਿਤੇ? ਕਿਸੇ ਨੇ ਪੜ੍ਹੀਆਂ? ਉਹਦੀ ਕਲੌਜ਼ਸ ਦੇ ਵਿੱਚ ਇਹ ਲਿਖਿਆ ਕਿ ਹਾਂ ਬਈ, ਪਹਿਲੀ ਗੱਲ ਤਾਂ ਬੀ ਵੀ ਉੱਥੋਂ ਹੀ ਆਊਗਾ, ਉਸ ਕਾਰਪੋਰੇਟ ਸੈਕਟਰ ਤੋਂ ਆਊਗਾ, ਪੈਸਟੀਸਾਈਡ ਵੀ ਉਹਦੇ ਤੋਂ ਆਊਗੀ, ਮਸ਼ੀਨਰੀ ਵੀ ਉਹਦੇ ਤੋਂ ਆਊਗੀ, ਤੇ ਉਹਦੇ ਤੋਂ ਬਾਅਦ, ਕਿਉਂਕਿ ਮੈਂ ਤਾਂ ਇਹ ਸਮਝਦਾ ਜਦੋਂ ਆਪਾਂ ਕੋਈ ਵੀ ਐਗਰੀਮੈਂਟ ਕਰਦੇ ਹਾਂ, ਜਦੋਂ ਕਈ ਵਾਰੀ ਆਪਾਂ ਇੰਸ਼ੋਰੈਂਸ ਕਰਾਉਂਦੇ ਹਾਂ, ਉਹਦੇ ਵਿੱਚ ਬਰੀਕ ਜਾਂ ਇਹੋ ਜਿਹਾ ਐਗਰੀਮੈਂਟ ਹੁੰਦਾ। ਇਹਨਾਂ ਦੀ ਤਾਂ ਸਾਰਿਆਂ ਦੀਆਂ ਲੀਗਲ ਟੀਮਸ ਹੈਗੀਆਂ। ਲੇਕਿਨ ਅਕਾਲੀ ਦਲ ਹੁਣ ਤਾਂ, ਉਸ ਵੇਲੇ ਚਲੋ ਨਹੀਂ ਪਤਾ ਲੱਗਿਆ, ਉਸ ਵੇਲੇ ਗਲਤੀ ਹੋ ਗਈ, ਹੁਣ ਤਾਂ
ਸੰਘਰਸ਼ ਕਰ ਰਿਹਾ, ਹੁਣ ਤਾਂ ਪੰਜਾਬ ਨਾਲ ਖੜੇ ਹੋਣ ਦੀ ਗੱਲ ਜਿਹੜੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ। ਨਹੀਂ, ਸੰਘਰਸ਼ ਕਾਹਦਾ ਕਰ ਰਿਹਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ, ਸੰਘਰਸ਼ ਕਾਹਦਾ ਕਰ ਰਿਹਾ? ਕਿਉਂਕਿ ਦੇਖੋ ਜਿੰਨੀਆਂ ਕਿਸਾਨ ਜਥੇਬੰਦੀਆਂ ਹੈਗੀਆਂ ਉਹ ਸੰਘਰਸ਼ ਦੇ ਰੂਪ 'ਚ ਆ ਗਈਆਂ। ਅੱਛਾ, ਕਾਂਗਰਸ ਪਹਿਲਾਂ ਇਸ ਗੱਲ ਦੀ ਫੇਵਰ 'ਚ ਨਹੀਂ ਹੈਗੀ, ਇਹ ਉਹਨਾਂ ਦੇ ਭਾਈਵਾਲ ਹੈਗੇ ਆ। ਉੱਥੇ ਬਿੱਲ ਪਹਿਲਾਂ ਆਰਡੀਨੈਂਸ ਤੇ ਇਹਨਾਂ ਨੇ ਸਾਰੀ ਤਾਰੀਫ ਕੀਤੀ ਵੀ ਆਰਡੀਨੈਂਸ ਤਾਂ ਬਹੁਤ ਚੰਗਾ ਹੈਗਾ। ਮੈਂ ਤਾਂ ਇਸ ਗੱਲ ਦੀ ਹੈਰਾਨਗੀ ਆ ਵੀ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆ, ਜਿਨ੍ਹਾਂ ਦਾ ਇੰਨਾ ਜ਼ਿੰਦਗੀ ਦਾ ਤਜਰਬਾ ਹੈਗਾ, ਉਹਨਾਂ ਕੋਲੋਂ ਵੀ ਇਹਨਾਂ ਨੇ ਸਟੇਟਮੈਂਟ ਦਵਾਤੀ ਵੀ ਨਹੀਂ ਇਹ ਆਰਡੀਨੈਂਸ ਜਿਹੜਾ ਉਹ ਬਹੁਤ ਚੰਗਾ ਹੈਗਾ। ਤੇ ਲੇਕਿਨ ਹੁਣ ਅਕਾਲੀ ਦਲ ਕਹਿ ਰਿਹਾ ਕਿ ਅਗਰ ਲੀਹ ਖਿੱਚ ਲਈ ਤਾਂ ਲੀਹ ਦੇ ਇਸ ਪਾਰ ਹੀ ਅਸੀਂ ਰਵਾਂਗੇ ਔਰ ਸਾਨੂੰ ਮਾਣ। ਨਹੀਂ, ਚਲੋ ਉਹ ਮੇਰੇ ਕਹਿਣ ਦਾ ਮਤਲਬ ਵੈਸੇ ਤਾਂ ਇਹ ਆ ਵੀ ਜਦੋਂ ਜਾਗੋ ਉਦੋਂ ਹੀ ਸਵੇਰਾ, ਤੇ ਮੈਨੂੰ ਨਹੀਂ ਲੱਗਦਾ ਕੋਈ ਮਾੜੀ ਗੱਲ ਹੈਗੀ ਆ। ਬਟ ਐਟ ਦਾ ਸੇਮ ਟਾਈਮ ਜਦੋਂ ਸਮਾਂ ਲੰਘ ਜਾਂਦਾ, ਐਕਚੁਅਲੀ ਮੈਨੂੰ ਸਭ ਤੋਂ ਮੇਰੀ ਜਿਹੜੀ ਪਰਸਨਲ ਰਾਏ ਹੁੰਦੀ ਆ, ਮੈਂ ਕਈ ਵਾਰੀ ਪੋਲੀਟੀਕਲ ਪਾਰਟੀਆਂ ਦੇ ਫਿੱਟ ਨਹੀਂ ਬੈਠਦਾ। ਉਹ ਇਸ ਕਰਕੇ ਨਹੀਂ ਬੈਠਦਾ ਕਿਉਂਕਿ ਮੈਂ ਵਰਤਮਾਨ ਸਮੇਂ ਦੀ ਗੱਲ ਕਰਦਾ, ਕਿਉਂਕਿ ਇਹ ਜਾਂ ਤਾਂ ਬੀਤੇ ਹੋਏ ਸਮੇਂ ਦੀ ਕਰਨਗੇ ਜਾਂ ਇਹ ਕਰਨਗੇ ਵੀ ਅਸੀਂ ਇਦਾਂ ਕੀਤਾ ਸੀ, ਅਸੀਂ ਆਉਣ ਵਾਲੇ ਸਮੇਂ 'ਚ ਇਦਾਂ ਕਰਾਂਗੇ। ਵਿਜ਼ੂਅਲਾਈਜ਼ ਕਰੋ, ਮੈਂ ਨਹੀਂ ਕਹਿੰਦਾ। ਹੁਣ ਤੁਹਾਨੂੰ ਕੀ ਲੱਗਦਾ ਪੰਜਾਬ ਸਰਕਾਰ ਨੂੰ ਮੌਕੇ ਤੇ ਕੀ ਕਰਨਾ ਚਾਹੀਦਾ? ਕਿਉਂਕਿ ਰਾਜਕੁਮਾਰ ਵੇਰਕਾ ਹੋਰੀ ਕਹਿ ਰਹੇ ਸਪੈਸ਼ਲ ਸੈਸ਼ਨ ਬੁਲਾਇਆ ਜਾਏਗਾ, ਸੁਖਬੀਰ ਬਾਦਲ ਕਹਿ ਰਹੇ ਨੇ ਸਪੈਸ਼ਲ ਸੈਸ਼ਨ ਬੁਲਾਇਆ ਜਾਏਗਾ। ਤੁਹਾਨੂੰ ਲੱਗਦਾ ਕਿ ਜਦੋਂ ਕੇਂਦਰ ਸਰਕਾਰ ਕਾਨੂੰਨ ਬਣਾ ਲੈਂਦਾ ਹੈ ਤਾਂ ਕੋਈ ਸੂਬਾ ਸਪੈਸ਼ਲ ਸੈਸ਼ਨ ਬੁਲਾ ਕੇ ਐਕਟ ਰੱਦ ਕਰ ਦੇ, ਇਹ ਚੀਜ਼ਾਂ ਪੋਸੀਬਲ ਹੁੰਦੀਆਂ ਨੇ? ਕਿਉਂਕਿ ਐਮਐਸਪੀ ਦੇ ਪੈਸੇ ਤਾਂ ਉੱਥੋਂ ਹੀ ਆਣੇ ਆ, ਫਸਲ ਤਾਂ ਕੇਂਦਰ ਨੇ ਚੱਕਣੀ ਹੈ। ਤਾਂ ਅਜਿਹੇ 'ਚ ਅਗਰ ਕੋਈ ਐਕਟ ਬਣ ਵੀ ਜਾਂਦਾ ਤਾਂ ਉਸ ਦਾ ਕੋਈ ਲਾਹਾ ਥੋੜੀ ਮਿਲਦਾ। ਨਹੀਂ, ਉਹਦਾ ਕੋਈ ਲਾਹਾ ਨਹੀਂ ਮਿਲਦਾ। ਬਟ ਐਟ ਦਾ ਸੇਮ ਟਾਈਮ ਮੈਨੂੰ ਤਾਂ ਐਂ ਲੱਗਦਾ ਹੈਗਾ ਕਿ ਇਹ ਜਿਹੜਾ ਇਹ ਸਬਜੈਕਟ ਜਿਹੜਾ ਐਗਰੀਕਲਚਰ, ਇਹ ਸਟੇਟ ਸਬਜੈਕਟ ਆ, ਨਾ ਕਿ ਇਹ ਕੰਕਰੈਂਟ ਲਿਸਟ ਦਾ ਸਬਜੈਕਟ ਆ। ਕਿਉਂਕਿ ਇਹਨਾਂ ਨੇ ਇਹਨੂੰ ਕਿਤੇ ਨਾ ਕਿਤੇ ਫੂਡ ਐਕਟ ਦੇ ਵਿੱਚੋਂ ਉਹਦੇ ਵਿੱਚ ਚੋਰ ਮੋਰੀ ਦੇ ਰਾਹੀਂ ਐਂਟਰ ਕਰਕੇ ਤਾਂ ਇਹਦੇ ਵਿੱਚ ਅਮੈਂਡਮੈਂਟ ਲੈ ਆਂਦੀ ਆ। ਤੇ ਇਹ ਐਗਰੀਕਲਚਰ ਦੇ ਵਿੱਚ ਦੇਖੋ, ਅਟਲ ਬਿਹਾਰੀ ਵਾਜਪਾਈ ਜੀ ਨੇ ਵੀ ਜਦੋਂ ਇਹਦੀਆਂ ਬ੍ਰੌਡ ਲਾਈਨ ਬੇਸਡ ਗਾਈਡਲਾਈਨਸ ਬਣਾਈਆਂ ਸੀਗੀਆਂ, ਉਹਦੇ ਵਿੱਚ ਸਟੇਟਾਂ ਨੂੰ ਕਿਹਾ ਸੀ ਵੀ ਇਹਦੇ ਮੁਤਾਬਕ ਤੁਸੀਂ ਆਪਣੇ ਆਪਣੇ ਅਮੈਂਡਮੈਂਟ ਕਰ ਲਓ। ਉਹਦੇ ਵਿੱਚ ਜਿਹੜੀ ਸਟੇਟ ਨੂੰ ਜਿੱਦਾਂ ਦਾ ਲੱਗਦਾ ਸੀਗਾ ਉਹਨੇ ਆਪਣੇ ਮੁਤਾਬਕ ਅਮੈਂਡਮੈਂਟ ਕਰ ਲਈ। ਬਟ ਇਹ ਜਿਹੜੀ ਚੋਰ ਮੋਰੀ ਦੇ ਰਾਹੀਂ ਤੁਰਨਾ ਹੈਗਾ, ਬੇਸਿਕਲੀ ਇਹ ਕੱਲੀ ਪੰਕਜ, ਇਹ ਕੱਲੀ ਸਿਰਫ ਜਿਹੜਾ ਫਾਈਨੈਂਸ਼ੀਅਲ ਐਂਗਲ ਆ ਉਹ ਹੀ ਨਹੀਂ ਹੈਗਾ। ਲੇਕਿਨ ਪੰਜਾਬ ਸਰਕਾਰ ਹੁਣ ਕਦਮ ਕੀ ਚੁੱਕੇਗੀ? ਪੰਜਾਬ ਸਰਕਾਰ ਕੋਈ ਕਦਮ ਚੁੱਕੇਗੀ? ਕਿਉਂਕਿ ਇਹ ਵੀ ਕਿਹਾ ਜਾ ਰਿਹਾ ਇਸ ਤੋਂ ਬਾਅਦ ਅਗਲਾ ਬਿੱਲ ਬਿਜਲੀ ਸੋਧ ਐਕਟ 2020 ਵੀ ਆ ਰਿਹਾ ਵਾ, ਤਾਂ ਫਿਰ ਪੰਜਾਬ ਸਰਕਾਰ ਕੀ ਕਰਨ ਜਾ ਰਹੀ ਹੈ? ਨਹੀਂ, ਦੇਖੋ ਇਹਦੇ ਸਾਰੇ ਲੀਗਲ ਐਂਗਲ ਜਿਹੜੇ ਉਹ ਮਾਪ ਲੈਣੇ ਚਾਹੀਦੇ ਆ। ਔਰ ਜੇ ਇਸ ਲੈਵਲ ਤੱਕ ਵੀ ਜਾਣਾ, ਦੇਖੋ ਮੈਂ ਤਾਂ ਇਸ ਗੱਲ ਨੂੰ ਸਮਝਦਾ ਹੈਗਾ ਵੀ 2006 ਦੇ ਵਿੱਚ ਨਤੀਸ਼ ਕੁਮਾਰ ਜੀ ਦੇ ਨਾਲ ਬੇਸਿਕਲੀ ਬੀਜੇਪੀ ਦਾ, ਹੁਣ ਮੈਨੂੰ ਡਿਪਟੀ ਸੀਐਮ ਦਾ ਨਹੀਂ ਪਤਾ ਕੌਣ ਹੈ, ਪਰ ਡਿਪਟੀ ਸੀਐਮ ਉੱਥੇ ਬੀਜੇਪੀ ਦਾ ਸੀ। ਇਹਨਾਂ ਨੇ ਉੱਥੇ APMC ਟਰਾਈ ਕਰਕੇ ਦੇਖ ਲਈ ਨਾ ਉਹ ਮੰਡੀਕਰਨ ਜਿਹੜਾ ਬੋਰਡ ਹੈਗਾ ਉਹਦਾ ਸਿਸਟਮ ਰਹਿਣ ਦਿੱਤਾ, ਤੇ ਨਾ ਕਿਉਂਕਿ ਕਾਰਪੋਰੇਟ ਜੇ ਇੰਨਾ ਇਫੈਕਟਿਵ ਹੁੰਦਾ, ਇੰਨਾ ਉਹ ਚੰਗਾ ਹੁੰਦਾ, ਤੇ ਫਿਰ ਬਿਹਾਰ ਦਾ ਕਿਸਾਨ ਜਿਹੜਾ ਆ, ਯੂਪੀ ਦਾ ਕਿਸਾਨ ਜਿਹੜਾ ਉਹ ਪੰਜਾਬ ਦੇ ਵਿੱਚ ਮਜ਼ਦੂਰੀ ਨਾ ਕਰਨ ਆਉਂਦਾ। ਆਪਾਂ ਨੂੰ ਵੀ ਇਸ ਗੱਲ ਦੀ ਸਮਝ ਹੈਗੀ ਆ ਵੀ ਕਿਉਂ ਮਜ਼ਦੂਰੀ ਕਰਨ ਆਉਂਦੇ ਆ। ਅੱਛਾ, ਉਹਦੇ ਨਾਲ ਕੀ ਹੁੰਦਾ ਕਿ ਇਹ 2 ਨੰਬਰ ਦੀ ਕਣਕ ਜਿਹੜੀ ਆ, ਬਿਹਾਰ ਤੇ ਯੂਪੀ ਤੇ ਰਾਜਸਥਾਨ ਦਾ ਕੁਝ ਹਿੱਸਾ ਇਹ ਉੱਥੇ ਕਲੈਕਟ ਕਰਦੇ ਹੈਗੇ ਆ, ਕਲੈਕਟ ਕਰਕੇ ਫਿਰ ਇਹਨੂੰ ਸਮਗਲ ਕਰਕੇ ਪੰਜਾਬ ਦੇ ਥਰੂ ਜਿਹੜਾ ਉਹ ਵੇਚਦੇ ਆ। ਇਹ ਇਕੱਲਾ ਇੱਥੇ ਨਹੀਂ ਫਰਕ ਪੈਣਾ। ਔਰ